ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰ ਕੇਵਲ ਦੇਵਤਿਆਂ ਅਤੇ ਗੁਪਤਾਂ ਦੇ ਰਾਜੇ ਹਨ, ਪਰ ਸ਼੍ਰੀ ਹਰਿ ਰਾਏ ਜੀ ਜਗਤ ਦੇ ਗੁਰੂ ਹਨ। ਸਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਨਮਸਕਾਰ ਕਰਨੀ ਬਣਦੀ ਹੈ। ਜਿਵੇਂ ਤਾਰਾ ਮੰਡਲ ਵਿੱਚ ਚੰਦਰਮਾ ਬਿਰਾਜਦਾ ਹੈ, ਇਸ ਤਰ੍ਹਾਂ ਸਿੱਖ ਸੰਗਤਾਂ ਦੇ ਪਰਿਵਾਰ ਵਿੱਚ ਬਿਰਾਜ ਕੇ ਗੁਰੂ ਜੀ ਸ਼ੋਭਾ ਪਾਉਂਦੇ ਹਨ। ਵੱਡੇ ਕਿਰਪਾਲੂ ਗੁਰੂ ਜੀ ਬ੍ਰਹਮਚਰਜ ਦੀ ਯੁਕਤੀ ਵਿੱਚ ਰਹਿੰਦੇ ਹਨ। ਲੰਗਰ ਵਿੱਚ ਭੋਜਨ ਛਕ ਕੇ ਉਸ ਸਮੇਂ ਵੱਖ ਹੋ ਜਾਂਦੇ ਹਨ। ਗੁਰੂ ਜੀ ਦੇ ਨਾਲ ਸੂਰਮੇ ਵੀ ਹਥਿਆਰ ਪਹਿਨ ਕੇ ਘੋੜਿਆਂ 'ਤੇ ਚੜ੍ਹ ਕੇ ਜਾਂਦੇ ਹਨ। ਵੱਡੀ ਸੈਨਾ ਦੇ ਵਿੱਚ ਬੜੇ ਸ਼ੋਭਦੇ ਹਨ। ਅੱਗੇ ਅੱਗੇ ਨਕੀਬ ਬੋਲਦੇ ਜਾਂਦੇ ਹਨ ਅਤੇ ਵੱਡੇ ਵੱਡੇ ਢੋਲ ਨਗਾਰੇ ਵੱਜਦੇ ਹਨ। ਜੰਗਲ ਵਿੱਚੋਂ ਜੀਵਾਂ ਨੂੰ ਫੜ ਕੇ ਘਰ ਲਿਆਉਂਦੇ ਹਨ ਅਤੇ ਉਹਨਾਂ ਨੂੰ ਸੁੱਖ ਦੇ ਕੇ ਪਾਲਦੇ ਹਨ। ਜਿਵੇਂ ਚੱਕਰਵਰਤੀ ਰਾਜਾ ਪੁਰਾਣੀ ਪੁਸ਼ਾਕ ਲਾਹ ਕੇ ਨਵੀਂ ਪਹਿਨ ਲੈਂਦਾ ਹੈ, ਉਸ ਤਰ੍ਹਾਂ ਹੀ ਸਤਵੇਂ ਪਾਤਸ਼ਾਹ ਇੱਕ ਪ੍ਰਭੂ ਦੀ ਮਹਾਨ ਜੋਤ ਹਨ। ਇਹ ਸਾਰੇ ਜੱਗ ਨੇ ਜਾਣ ਲਿਆ ਹੈ। ਕਰੋੜਾਂ ਹੀ ਸੇਵਕਾਂ ਨੂੰ ਨਿਹਾਲ ਕਰਦੇ ਹਨ, ਜਿਨ੍ਹਾਂ ਦੀ ਕੁਝ ਗਿਣਤੀ ਨਹੀਂ। ਇਹ ਗੱਲ ਛੁਪੀ ਹੋਈ ਨਹੀਂ ਹੈ। ਸ਼੍ਰੀ ਗੁਰੂ ਹਰਿ ਰਾਏ ਜੀ ਸਦਾ ਆਪਣੇ ਸੇਵਕਾਂ ਦੇ ਸਹਾਇਕ ਬਣਦੇ ਹਨ ਅਤੇ ਜਮਾਂ ਤੋਂ ਛੁਟਕਾਰਾ ਦਿਵਾ ਕੇ ਮੁਕਤੀ ਬਖਸ਼ਦੇ ਹਨ। ਇੱਕ ਦਿਨ ਸਤਿਗੁਰੂ ਜੀ ਨੇ ਆਪਣੇ ਪੂਰਨ ਵਸਤਰ ਸ਼ਸਤਰ ਆਪਣੇ ਸਰੀਰ 'ਤੇ ਸਜਾ ਲਏ। ਸਰੀਰ ਦੇ ਅੰਗਾਂ 'ਤੇ ਗਹਿਣੇ ਬਹੁਤ ਸਜ ਰਹੇ ਸਨ ਅਤੇ ਨੈਣ ਕਮਲ ਪੱਤਰ ਵਾਂਗ ਖਿੜੇ ਸਨ। ਧਨੁੱਖ ਜਿਹੜਾ ਹੇਠਾਂ ਬਾਂਹ ਵਿੱਚ ਲਮਕਾਇਆ ਸੀ, ਫਿਰ ਉਸ ਨੂੰ ਮੋਢੇ 'ਤੇ ਟਿਕਾ ਲਿਆ। ਹੀਰੇ ਮੋਤੀਆਂ ਨਾਲ ਜੜੇ ਹੋਏ ਤਿੱਖੇ ਤੀਰ ਭੱਥੇ ਵਿੱਚ ਸ਼ੋਭ ਰਹੇ ਸਨ। ਕਮਰ 'ਤੇ ਤਲਵਾਰ ਲਮਕਦੀ ਹੈ, ਜਿਸ ਦੀ ਮੁੱਠੀ ਸੋਨੇ ਦੀ ਹੈ ਅਤੇ ਰੇਸ਼ਮ ਤੇ ਜ਼ਰੀ ਦਾ ਬਣਿਆ ਹੋਇਆ ਗਾਤਰਾ ਪਾਇਆ ਹੋਇਆ ਹੈ। ਆਗਿਆ ਕਰਕੇ ਘੋੜਾ ਮੰਗਵਾਇਆ, ਜਿਹੜਾ ਧਰਤੀ 'ਤੇ ਬੜੀ ਚੰਚਲਤਾ ਦਿਖਾਉਂਦਾ ਹੈ, ਜਿਸ ਦੇ ਅੱਗੇ ਹੀਰੇ ਜੜੇ ਹੋਏ ਹਨ ਅਤੇ ਸੁੰਦਰ ਕਾਠੀ ਬਹੁਤ ਚਮਕਦੀ ਹੈ। ਉਸ ਘੋੜੇ ਉੱਤੇ ਸਵਾਰ ਹੋ ਗਏ, ਜਿਸ ਨੂੰ ਸੁੰਦਰ ਗਹਿਣੇ ਪਹਿਨਾਏ ਹੋਏ ਸਨ, ਅਤੇ ਵਾਗ ਫੜ ਕੇ ਅੱਗੇ ਚੱਲ ਪਏ। ਮੁਖ ਤੋਂ ਸ਼ਬਦ ਕਹਿ ਕੇ ਤੇਜ਼ ਕੀਤਾ, ਜੋ ਨਿੱਕੇ ਨਿੱਕੇ ਕਦਮ ਪੁੱਟ ਪੁੱਟ ਕੇ ਕੁੱਦਦਾ ਜਾਂਦਾ ਹੈ। ਮਾਨੋ ਬੱਦਲ ਦੇ ਸ਼ਬਦ ਨੂੰ ਸੁਣ ਸੁਣ ਕੇ ਮਨ ਵਿੱਚ ਆਨੰਦ ਪ੍ਰਤੀਤ ਕਰਕੇ ਮੋਰ ਛੇਤੀ ਨਾਲ ਗਰਦਨ ਮੋੜਦਾ ਹੈ, ਨੱਚਦਾ ਜਾਂਦਾ ਹੈ ਅਤੇ ਬਹੁਤ ਸ਼ੋਭਾ ਪਾ ਰਿਹਾ ਹੈ ਅਤੇ ਗਲ ਵਿੱਚ ਸੋਨੇ ਦੀ ਚੌਂਕੀ ਪਾਈ ਹੈ। ਮਾਨੋ ਬਿਜਲੀ ਥਿਰਕਣ ਤੋਂ ਟਿਕ ਕੇ ਪ੍ਰੇਮ ਨਾਲ ਇੱਕ ਥਾਂ ਲਿਪਟ ਗਈ ਹੈ। ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਚਲੇ ਗਏ ਅਤੇ ਸਾਰੀ ਸ਼ਸਤਰਧਾਰੀ ਸੈਨਾ ਨਾਲ ਲੈ ਲਈ। ਹਿਰਨਾਂ ਵਰਗੇ ਘੋੜਿਆਂ 'ਤੇ ਚੜ੍ਹੇ ਹੋਏ ਸਨ। ਸਾਰੇ ਇਕੱਠੇ ਕਰਕੇ ਪਿੱਛੇ ਭਜਾਏ। ਸਾਰੇ ਬ੍ਰਿਛਾਂ ਦੇ ਪਾਸ ਗਏ ਅਤੇ ਜੰਗਲ ਵਿੱਚੋਂ ਜਿਹੜਾ ਵੀ ਪਸ਼ੂ ਨਿਕਲਦਾ ਸੀ, ਉਸ ਨੂੰ ਫੜ ਲੈਂਦੇ ਸਨ। ਇੱਧਰ ਉੱਧਰ ਫਿਰਦੇ ਸਨ ਅਤੇ ਜਿੱਥੇ ਕਿੱਥੇ ਵੇਖਦੇ ਸਨ, ਸੂਰਾਂ, ਖਰਗੋਸ਼ਾਂ ਅਤੇ 12 ਸਿੰਗਿਆਂ ਦੇ ਮਗਰ ਘੋੜਿਆਂ ਨੂੰ ਲਾਉਂਦੇ ਸਨ। ਪਹਾੜ ਦੇ ਨੇੜੇ ਨੇੜੇ ਜਾਂਦੇ ਸਨ ਅਤੇ ਪੰਛੀ ਅਤੇ ਹਿਰਨ ਡਰ ਕੇ ਭੱਜ ਜਾਂਦੇ ਸਨ। ਜਦ ਸਾਰਿਆਂ ਦੇ ਪਿੱਛੇ ਗੁਰੂ ਜੀ ਦੀ ਸੈਨਾ ਜਾ ਰਹੀ ਸੀ, ਤਾਂ ਅੱਗੋਂ ਇੱਕ ਸੱਪ ਚੱਲ ਕੇ ਆ ਗਿਆ। ਉਸ ਸੱਪ ਨੂੰ ਬਹੁਤ ਵੱਡੇ ਆਕਾਰ ਦਾ ਹੋਣ ਕਰਕੇ ਅਜਗਰ ਕਹਿੰਦੇ ਹਨ। ਉਸ ਨੂੰ ਬਹੁਤ ਕੀੜੀਆਂ ਕੱਟ ਕੱਟ ਕੇ ਖਾ ਰਹੀਆਂ ਸਨ। ਉਹ ਪੂੰਛ ਨੂੰ ਧਰਤੀ 'ਤੇ ਪਟਕਾਉਂਦਾ ਸੀ ਅਤੇ ਫਨ ਨਾਲ ਫੁਰਕਾਰੇ ਮਾਰਦਾ ਸੀ। ਬਹੁਤ ਤੜਫਦਾ ਸੀ ਅਤੇ ਲੇਟਦਾ ਹੋਇਆ ਬਹੁਤ ਵਿਆਕੁਲ ਹੋਇਆ ਸੀ। ਸੱਪ ਬਹੁਤ ਲੰਮਾ ਅਤੇ ਮੋਟਾ ਸੀ ਅਤੇ ਜਿਸ ਨੂੰ ਵਿਸ਼ਾਲ ਕਸ਼ਟ ਪ੍ਰਾਪਤ ਸੀ। ਕੀੜੀਆਂ ਉਸ ਨੂੰ ਕੱਟਦੀਆਂ ਸਨ ਅਤੇ ਬਾਰ-ਬਾਰ ਉਹ ਉਲਟ ਪੁਲਟ ਹੋ ਰਿਹਾ ਸੀ। ਉਸ ਦੇ ਸਰੀਰ ਵਿੱਚ ਵਿਕਰਾਲ ਛੇਕ ਹੋਏ ਹੋਏ ਸਨ। ਬਚਾਅ ਦਾ ਕੋਈ ਵੀ ਉਪਾਅ ਨਹੀਂ ਸੀ ਅਤੇ ਲੱਖਾਂ ਕੀੜੀਆਂ ਉਸ ਨੂੰ ਖਾ ਰਹੀਆਂ ਸਨ, ਜਿਹੜਾ ਮਹਾਨ ਵਿਆਕੁਲ ਸੀ। ਸ਼੍ਰੀ ਗੁਰੂ ਹਰਿ ਰਾਏ ਜੀ ਨੇ ਉਸ ਵੱਡੇ ਸੱਪ ਨੂੰ
ਆਪਣੀ ਧਨੁੱਖ ਸੰਭਾਲ ਕੇ ਕਿਰਪਾ ਧਾਰ ਕੇ ਵੇਖਿਆ। ਉਹਨਾਂ ਨੇ ਆਪਣੇ ਧਨੁੱਖ ਵਿੱਚੋਂ ਤੀਰ ਕੱਢਿਆ, ਜਿਹੜਾ ਬੜਾ ਚੌੜਾ ਅਤੇ ਅੱਧੇ ਚੰਦ ਦੇ ਆਕਾਰ ਵਾਲਾ ਸੀ। ਸ੍ਰੀ ਗੁਰੂ ਹਰਿਰਾਏ ਜੀ ਨੇ ਉਸ ਤੀਰ ਨੂੰ ਚਿੱਲੇ 'ਤੇ ਚੜ੍ਹਾਇਆ ਤੇ ਹੱਥ ਦੇ ਜ਼ੋਰ ਨਾਲ ਕੁਝ ਖਿੱਚ ਕੇ ਤੀਰ ਨੂੰ ਛੱਡ ਕੇ ਉਸ ਸੱਪ ਦਾ ਸਿਰ ਕੱਟ ਕੇ ਉਸ ਨੂੰ ਮਾਰ ਦਿੱਤਾ। ਉਹ ਉੱਥੇ ਮਰਿਆ ਪਿਆ ਸੀ। ਉਸਨੇ ਸ਼ੁਭ ਗਤੀ ਪ੍ਰਾਪਤ ਕੀਤੀ ਤੇ ਵਿਮਾਨ 'ਤੇ ਚੜ੍ਹ ਕੇ ਸਵਰਗਾਂ ਵਿੱਚ ਚਲਾ ਗਿਆ। ਗੁਰੂ ਜੀ ਦਾ ਇਹ ਕੌਤਕ ਵੇਖ ਕੇ ਸਾਰੀ ਸੈਨਾ ਚਿੱਤ ਵਿੱਚ ਬਹੁਤ ਹੈਰਾਨ ਹੋਈ ਤੇ ਗੁਰੂ ਜੀ ਪਾਸੋਂ ਪੁੱਛਣ ਲੱਗੇ, ਹੇ ਪ੍ਰਭੂ ਜੀ, ਇਹ ਕੌਣ ਸੀ? ਇਹ ਸਾਨੂੰ ਦੱਸੋ, ਕਿਹੜੇ ਪਾਪਾਂ ਦਾ ਉਸਨੇ ਇਹ ਫਲ ਪਾਇਆ ਸੀ? ਕੀੜੀਆਂ ਨੇ ਉਸ ਦਾ ਮਾਂਸ ਖਾ ਖਾ ਕੇ ਉਸ ਦੇ ਸਰੀਰ ਵਿੱਚ ਮੋਰੀਆਂ ਕਰ ਦਿੱਤੀਆਂ ਤੇ ਉਸਨੇ ਬਹੁਤ ਦੁੱਖ ਪਾਇਆ। ਤੜਫਦੇ ਨੂੰ ਵੇਖ ਕੇ ਤੁਸੀਂ ਕਿਰਪਾ ਕਰਕੇ ਤੀਰ ਮਾਰ ਕੇ ਮਾਰ ਦਿੱਤਾ ਹੈ। ਆਪਣੇ ਸੇਵਕਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਉਹਨਾਂ ਨੂੰ ਸਾਰਾ ਬਿਰਤਾਂਤ ਸੁਣਾਇਆ। ਪਿਛਲੇ ਜਨਮ ਵਿੱਚ ਇਹ ਸੱਪ ਬ੍ਰਾਹਮਣ ਪੰਡਤ ਸੀ ਤੇ ਆਪਣੇ ਆਪ ਨੂੰ ਗੁਰੂ ਕਹਾ ਕੇ ਮਨੁੱਖਾਂ ਨੂੰ ਸਿੱਖਿਆ ਦਿੰਦਾ ਸੀ। ਅਹੰਕਾਰ ਨਾਲ ਆਫਰਿਆ ਹੋਇਆ ਸੀ ਤੇ ਰੋਜ਼ ਆਪਣੇ ਚੇਲਿਆਂ ਨੂੰ ਉਪਦੇਸ਼ ਦਿੰਦਾ ਸੀ। ਵੇਦਾਂਤ ਮਤ ਤੇ ਪ੍ਰੇਮ ਭਗਤੀ ਨੂੰ ਛੱਡ ਕੇ ਬਹੁਤ ਪ੍ਰਕਾਰ ਦੇ ਪਖੰਡ ਕਰਦਾ ਰਿਹਾ। ਮੁਖ ਤੋਂ ਕਹਿੰਦਾ ਸੀ, ਮੈਂ ਬ੍ਰਹਮ ਹਾਂ, ਪਰ ਬ੍ਰਹਮ ਨੇ ਹਿਰਦੇ ਵਿੱਚ ਰਾਈ ਭਰ ਵੀ ਪ੍ਰਵੇਸ਼ ਨਹੀਂ ਸੀ ਕੀਤਾ। ਆਪਣੇ ਪੁੱਤਰ ਇਸਤਰੀ ਆਦਿ ਪਰਿਵਾਰ ਨੂੰ ਪ੍ਰੇਮ ਕਰਦਾ ਸੀ ਤੇ ਸਾਰਿਆਂ ਚੇਲਿਆਂ ਪਾਸੋਂ ਧਨ ਲੈਂਦਾ ਸੀ। ਸੰਤਾਂ ਅੱਗੇ ਸਿਨੇਮਰ ਨਹੀਂ ਸੀ ਹੁੰਦਾ ਤੇ ਸਦਾ ਹੀ ਮਨ ਘੁਮੰਡ ਤੇ ਹੰਕਾਰ ਨਾਲ ਭਰਿਆ ਰਹਿੰਦਾ ਸੀ। ਆਪਣੇ ਮਨ ਵਿੱਚ ਸਮਝਦਾ ਸੀ, ਮੈਂ ਸਭ ਨਾਲੋਂ ਵੱਡਾ ਹਾਂ, ਮੈਂ ਬਹੁਤ ਵਿੱਦਿਆ ਪੜ੍ਹ ਕੇ ਰੱਖੀ ਹੈ। ਹੋਰ ਲੋਕ ਵਿੱਦਿਆ ਨਹੀਂ ਜਾਣਦੇ ਹਨ, ਉਹਨਾਂ ਅੱਗੇ ਮੈਂ ਕਿਸ ਪ੍ਰਕਾਰ ਨੀਵਾਂ ਹੋਵਾਂ। ਉਹਨਾਂ ਦੀ ਛੋਟੀ ਬੁੱਧੀ ਹੈ ਤੇ ਉਹ ਅਸਲ ਆਸ਼ੇ ਨੂੰ ਜਾਣਦੇ ਨਹੀਂ ਹਨ। ਮੈਂ ਸਾਰਿਆਂ ਨੂੰ ਮਾਰਗ ਦੱਸਦਾ ਹਾਂ। ਬਹੁਤ ਲੋਕ ਆਪਣੇ ਚੇਲੇ ਬਣਾ ਲਏ, ਪਰ ਸਿਮਰਨ ਨਹੀਂ ਸੀ ਕਰਦਾ। ਇਹੋ ਕਹੀ ਜਾਂਦਾ ਸੀ, ਮੈਂ ਬ੍ਰਹਮ ਹਾਂ। ਹਿਰਦੇ ਵਿੱਚ ਨਿਸ਼ਚਾ ਨਹੀਂ ਸੀ ਜਿਸ ਨਾਲ ਪ੍ਰੇਮ ਭਗਤੀ ਪੈਦਾ ਹੁੰਦੀ। ਬਹੁਤ ਮਾੜਾ ਸੁਭਾਅ ਸੀ। ਇਸ ਅਹੰਕਾਰ ਸਹਿਤ ਹੀ ਮਰ ਗਿਆ ਤੇ ਵਿਕਰਾਲ ਸੱਪ ਦੀ ਜੂਨ ਪਾਈ। ਆਪਣੇ ਸੇਵਕਾਂ ਦੀ ਗਤੀ ਨਾ ਕਰ ਸਕਿਆ, ਜਿਨ੍ਹਾਂ ਨੇ ਫਿਰ ਕੀੜੀਆਂ ਦਾ ਜਨਮ ਧਾਰਨ ਕੀਤਾ। ਜਿਨ੍ਹਾਂ ਪਾਸੋਂ ਧਨ ਲਿਆ ਸੀ ਪਰ ਉਹਨਾਂ ਦਾ ਭਲਾ ਨਹੀਂ ਸੀ ਕੀਤਾ, ਉਹ ਚੇਲੇ ਫਿਰ ਕੀੜੀਆਂ ਬਣ ਕੇ ਉਸ ਦਾ ਮਾਂਸ ਖਾ ਰਹੇ ਸਨ। ਮਾਂਸ ਖਾ ਕੇ ਬਹੁਤ ਦੁੱਖ ਦਿੰਦੇ ਸਨ ਤੇ ਆਪਣਾ ਵਿਸ਼ਾਲ ਬਦਲਾ ਲੈ ਰਹੇ ਸਨ। ਹੁਣ ਮਰ ਕੇ ਵਿਕਰਾਲ ਦੁੱਖ ਤੋਂ ਛੁਟਕਾਰਾ ਪਾ ਗਿਆ ਹੈ ਤੇ ਮੇਰੇ ਪਵਿੱਤਰ ਦਰਸ਼ਨ ਕਰਨ ਕਰਕੇ ਇਸ ਨੇ ਸ਼ੁਭ ਗਤੀ ਪ੍ਰਾਪਤ ਕਰ ਲਈ ਹੈ। ਪਿਛਲੇ ਜਨਮ ਦੇ ਸਾਰੇ ਪਾਪ ਦੂਰ ਹੋ ਗਏ ਹਨ। ਬਿਨਾਂ ਗਿਆਨ ਤੋਂ ਜਗਤ ਵਿੱਚ ਗੁਰੂ ਕਹਾਉਂਦਾ ਸੀ। ਸੁਖ ਰਹਿਤ ਹੋ ਕੇ ਬਹੁਤ ਘੋਰ ਦੁੱਖ ਪ੍ਰਾਪਤ ਕੀਤੇ ਹਨ। ਜਿਹੜੇ ਕੱਚੇ ਗੁਰੂ ਦੇ ਸਿੱਖ ਬਣਦੇ ਹਨ, ਉਹ ਬਾਅਦ ਵਿੱਚ ਮਨੁੱਖਾ ਜਨਮ ਵੇਖਦੇ ਹਨ। ਗਿਆਨ ਬਗੈਰ ਗੁਰੂ ਆਪਣੇ ਸਿੱਖਾਂ ਸਹਿਤ ਅੰਤ ਵਿੱਚ ਬਹੁਤ ਦੁੱਖ ਪਾਉਂਦਾ ਹੈ। ਇਸ ਕਰਕੇ ਹੇ ਸਿੱਖ ਸੰਗਤ, ਸਾਰੇ ਸੁਣੋ। ਪੂਜਾ ਦਾ ਧਨ ਲੈ ਕੇ ਕਦੀ ਨਾ ਖਾਓ। ਦੁਖੀ ਹੋਵੋਗੇ, ਕੋਈ ਵੀ ਸਹਾਇਕ ਨਹੀਂ ਬਣੇਗਾ। ਬਹੁਤ ਦੁਖੀ ਹੋ ਕੇ ਜਮਾਂ ਦੇ ਵਸ ਪੈ ਜਾਓਗੇ। ਜਿਹੜਾ ਧਰਮ ਦੀ ਕਿਰਤ ਕਰਕੇ ਸੰਤਾਂ ਦੀ ਸੇਵਾ ਕਰਦਾ ਹੈ, ਉਸ ਦੀ ਮੈਂ ਸਭ ਥਾਂ ਸਹਾਇਤਾ ਕਰਦਾ ਹਾਂ। ਇਹ ਉਪਦੇਸ਼ ਦੇ ਕੇ ਜੰਗਲ ਤੋਂ ਘਰ ਆ ਗਏ। ਸਾਰੇ ਸਿੱਖ ਹੈਰਾਨ ਹੋ ਕੇ ਕਹਿ ਰਹੇ ਸਨ, ਸ੍ਰੀ ਗੁਰੂ ਹਰਿਰਾਏ ਜੀ ਧੰਨ ਹਨ। ਜਿਵੇਂ ਸੂਰਜ ਹਰ ਮਹੀਨੇ ਰਾਸ ਬਦਲਦਾ ਹੈ ਤੇ ਥਿੱਤਾਂ ਦਾ ਹਿਸਾਬ ਪਹਿਲੀ ਤੋਂ ਸ਼ੁਰੂ ਹੋ ਜਾਂਦਾ ਹੈ, ਪਰ ਸੂਰਜ ਉਹ ਰਹਿੰਦਾ ਹੈ ਤੇ ਹਨੇਰਾ ਦੂਰ ਕਰਨ ਦਾ ਉਹ ਕੰਮ ਕਰਦਾ ਹੈ, ਉਸ ਤਰ੍ਹਾਂ ਹੀ ਗੁਰੂ ਜੋਤੀ ਇੱਕੋ ਹੈ। ਉਸ ਦਾ ਕੰਮ ਹੈ ਅਗਿਆਨਤਾ ਰੂਪੀ ਹਨੇਰੇ ਨੂੰ ਦੂਰ ਕਰਨਾ। ਪਰ ਹਰ ਗੁਰੂ ਸਾਹਿਬ ਦਾ ਜੀਵਨ ਨਵੇਂ ਸਿਰੇ ਆਰੰਭ ਹੁੰਦਾ ਹੈ। ਇਹ ਗੁਰੂ ਸਾਹਿਬਾਨ ਦੇ ਵੱਖ-ਵੱਖ ਹੋਣ ਦਾ ਲਖਾਇਕ ਨਹੀਂ, ਪਰ ਇਹ ਨਿਸ਼ਚਿਤ ਹੈ ਕਿ ਗੁਰੂ ਜੋਤ ਇੱਕੋ ਹੈ। ਕੇਵਲ ਜਾਮਾ ਬਦਲਦਾ ਹੈ ਤੇ ਸਾਰੇ ਗੁਰੂ ਸਾਹਿਬਾਨਾਂ ਦਾ ਕੰਮ ਵੀ ਇੱਕੋ ਹੈ। ਜਿਵੇਂ ਸੂਰਜ ਇੱਕ ਰਾਸ ਭੋਗ ਕੇ
रथ त्याग के अपनी पहली थित प्राप्त कर लवे ते फिर दूसरे रथ विच चढ़ के हनेरे नूं दूर करन लई जीवन फिर खुशियां भरिया हो जाए। इस तरह सतवें गुरु जी शुभ गद्दी ते बैठ के शोभ रहे हैं ते सतनाम का प्रकाश करके सुख ते ज्ञान दे के जगत नूं आबाद कर रहे हैं। संगत नूं उपदेश दिंदे हैं, सतनाम का भजन करो ते भगती नूं हिरदे विच धारण करो। मनुखा शरीर दुर्लभ है, विषयां विच पै के इस नूं ना गवाओ। दुनियावी पदार्थां नूं झूठे ते अकारथ जाणो ते अपने स्वार्थ बारे चंगी तरह विचार करो। ज्ञान नूं पा के इस जगत नूं खजाना समझो, आप तरो ते अपने वडेरिਆਂ नूं धारो। ਜਿਹੜੇ गुरु जी का उपदेश सुन के मन लेंदे हैं ਅਤੇ गुरु जी की आग्या अनुसार चलते हैं, गुरु जी सदा उन्हां दी सहायता करते हैं ते उन्हां दे सारे बंधन कट दिंदे हैं। होईयां भुल्लां चुक्कां दी खेमा बख्शणी जी, दास नूं आग्या दिओ। वाहिगुरू जी का खालसा, वाहिगुरू जी की फतेह।